पहला सवाल है क्यों खालिस्तान चाहिए? Yes. भी क्या असी भारत नालों अड होना चाहते हैं? दिस इज अ गुड क्वेश्चन, आई विल आंसर यू। ठीक है, तो जे खालिस्तान मिल रहा है तो दूसरी कम्यूनिटीज़ या हिंदू या दूसरे ਜਿਹੜੀ भी कम्यूनिटी इतने रहती है भी क्या उन्होंने बाहर कर दिता जाएगा? भी हम खालिस्तान बन गया तुम बाहर चले जाओ। ਅਸੀਂ ਪਹਿਲੀ ਵਾਰੀ ਰਾਜ ਨਹੀਂ ਮੰਗ ਰਹੇ, ਅਸੀਂ ਰਾਜ ਕੀਤਾ ਹੈ। ਦਿੱਲੀ ਦੇ ਲਾਲ ਕਿਲੇ ਦੇ ਉੱਤੇ ਅਸੀਂ ਕੇਸਰੀ ਪੰਚਮ ਪੰਚਨ ਕੁਮਾਰ ਚਲਾਇਆ ਹੈ ਜੀ, ਰਾਜ ਕੀਤਾ ਹੈ ਅਸੀਂ। ਸੰਤ ਜਰਨੈਲ ਸਿੰਘ ਕਿਉਂਕਿ ਮੈਨੂੰ ਜਾਣਦੇ ਸੀਗੇ, ਮੈਂ ਇਸ ਕਰਕੇ ਜਨਰਲ ਸ਼ਬੇਗ ਸਿੰਘ ਨੂੰ ਉਹਨਾਂ ਦੇ ਨਾਲ ਇੰਟਰੋਡਿਊਸ ਕਰਵਾਇਆ। ਉਸ ਵੇਲੇ 38 ਗੁਰਦੁਆਰਿਆਂ ਦੇ ਪੰਜਾਬ ਦੇ ਵਿੱਚ ਜੀ ਫੌਜ ਨੇ ਹਮਲਾ ਕੀਤਾ। ਜੀ, ਉਹਨਾਂ 38 ਗੁਰਦੁਆਰਿਆਂ ਵਿੱਚ ਤਾਂ ਸੰਤ ਜਰਨੈਲ ਸਿੰਘ ਬੈਠਾ ਨਹੀਂ ਸੀਗਾ। ਕੀ ਸੈਂਟਰਲ ਗਵਰਨਮੈਂਟ ਨੇ ਕਿਸੇ ਅਦਾਲਤ ਨੇ ਕਦੀ ਇਹ ਗੱਲ ਕਹੀ ਹੋਏ ਕਿ ਸਾਨੂੰ ਵਾਂਟਡ ਐਸ ਸੰਤ ਜਰਨੈਲ ਸਿੰਘ ਖਾਲਸਾ? ਔਰ ਇਹ ਹਰਮੰਦਰ ਸਾਹਿਬ ਹੈ ਜੀ ਜਿੱਥੋਂ ਕਿ ਇਸ਼ਨਾਨ ਕਰਕੇ ਸਿੱਖ ਜੀ ਮੁਗਲਾਂ ਨਾਲ ਲੜਾਈ ਲੜਦੇ ਸੀਗੇ ਤਾਕਤ ਲੈ ਕੇ। ਜੀ, ਤੁਸੀਂ ਆਪਣੇ ਹੀ ਤਾਕਤ ਵਾਲੇ ਸੋਮੇ ਨੂੰ, ਸਰੋਤ ਨੂੰ, ਇੱਕ ਦੇਸ਼ ਦੇ ਹੁਕਮਰਾਨ ਉਸੇ ਸਰੋਤ ਨੂੰ ਹੀ ਖਤਮ ਕਰ ਦੇਣ, ਇਸ ਤੋਂ ਵੱਡੀ ਨਾਲਾਇਕੀ ਕੋਈ ਨਹੀਂ ਹੋ ਸਕਦੀ। कोई ऐसी गली, कोई ऐसा मोहल्ला, कोई ऐसा बाजार, कोई ऐसा पिंड, कोई ऐसी थां दसो जिथे कि हिंदू ते सिख आपस ਵਿੱਚ ਇੱਕ ਦੂਸਰੇ ਨੂੰ ਘੂਰਦੇ ਵੀ ਹੋਣ। ਖਾਲਿਸਤਾਨ ਦੀ ਮੰਗ ਕਰਨੀ ਸ਼ਾਂਤਮਈ ਤਰੀਕੇ ਦੇ ਨਾਲ, ਇੱਕ ਪੀਸਫੁਲ ਤਰੀਕੇ ਦੇ ਨਾਲ, ਮੈਂ ਕਹਿੰਦਾ ਕਿ ਸਾਰੀ ਮਨੁੱਖਤਾ ਉਹਦੇ ਵਿੱਚ ਜਿਸ ਵੇਲੇ ਸਾਡਾ ਦੇਸ਼ ਬਣ ਜਾਏਗਾ ਉਹਦੇ ਵਿੱਚ ਤੁਸੀਂ ਤੇ ਮੈਂ ਫਿਰ ਇੱਦਾਂ ਹੀ ਬੈਠਾਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4U ਨਿਊਜ਼। 1984 ਚ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਕਿ ਜੋ ਕਿ ਨਹੀਂ ਸੀ ਹੋਣਾ ਚਾਹੀਦਾ। 38ਵੀਂ ਵਰ੍ਹੇਗੰਢ 2 ਦਿਨਾਂ ਬਾਅਦ ਮਨਾਈ ਜਾ ਰਹੀ ਹੈ ਬਲੂ ਸਟਾਰ ਆਪਰੇਸ਼ਨ ਦੀ। ਕਈ ਗਰਮ ਖਿਆਲੀ ਸੰਗਠਨ ਆਜ਼ਾਦੀ ਮਾਰਚ ਵੀ ਕੱਢ ਰਹੇ ਨੇ ਤੇ ਖਾਲਿਸਤਾਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸ਼੍ਰੀ ਹਰਿਮੰਦਰ ਸਾਹਿਬ ਚ 6 ਜੂਨ ਨੂੰ ਇੱਕ ਵੱਡਾ ਕਾਰਜਕ੍ਰਮ ਵੀ ਹੋਣਾ ਹੈ। ਇਸ तमाम गल्लां इन्हां चीज़ों को लैके असीं गलबात करांगे। साडे नाल ने खालसा कॉलेज तो रिटायर हो चुके हैं प्रोफैसर बलजिंदर सिंह, जिहड़े कि अजकल जथेदार जगतार सिंह हवारा कमेटी के स्पोक्स परसन भी ने। इन्हां नाल कई गल्लां करांगे। सत श्री अकाल प्रोफैसर साहब, पहले तो तुहाडा स्वागत है। सत श्री अकाल जी, वाहिगुरू जी खालसा ते जी वाहिगुरू जी की फतेह। प्रोफैसर साहब, जो होया 1984 दे विच श्री हरमंदर साहब ते किसी तो लुकिया नहीं है, उस तो बाद जो दिल्ली च भी होया, ये सब चीज़ां नहीं सी होणियां चाहीदियां। एग्जैक्टली। प्रोफैसर हुण देखो ये घटना हो गई, 38 साल ਜਿਹੜੇ ਹੈ ਉਹ ਇਸ ਚੀਜ਼ ਨੂੰ ਹੋਣ ਜਾ ਰਹੇ ਹੈ। ਖਾਲਿਸਤਾਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇੱਕ ਲੋਕ ਇਹ ਜਾਣਨਾ ਚਾਹੁੰਦੇ ਆ ਵੀ ਜੇ ਖਾਲਿਸਤਾਨ ਦੀ ਮੰਗ ਕਰਨ ਦਾ ਮਤਲਬ ਇਹ ਹੈ ਵੀ ਦੂਸਰੀ ਕਮਿਊਨਿਟੀ ਦੇ ਜਿਹੜੇ ਲੋਕ ਪੰਜਾਬ 'ਚ ਰਹਿੰਦੇ ਆ ਕਿ ਉਹਨਾਂ ਨੂੰ ਇੱਥੋਂ ਬਾਹਰ ਕੱਢਣਾ ਹੈ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਬਹੁਤ ਘੱਟ ਪੱਤਰਕਾਰ ਹੀ ਹੈਗੇ ਨੇ, ਬਹੁਤ ਘੱਟ ਲੋਕ ਨੇ ਜਿਹੜੇ ਕਿ ਇਸ ਗੱਲ ਨੂੰ ਇਕਬਾਲ ਕਰਦੇ ਨੇ ਕਿ ਜੋ ਕੁਝ ਹੋਇਆ 38 ਸਾਲ ਪਹਿਲਾਂ ਇਹ ਨਹੀਂ ਹੋਣਾ ਚਾਹੀਦਾ ਸੀਗਾ। ਹਾਂ, ਉਹਦੇ ਕਾਰਨ ਜੋ ਵੀ ਰਹੇ ਹੋਣ, ਕਾਰਨ ਜੋ ਮਰਜ਼ੀ ਰਹੇ ਹੋਣ, ਹੁਣ ਜੇ ਨਹੀਂ ਹੋਣਾ ਚਾਹੀਦਾ ਸੀਗਾ ਤੇ ਨੈਚੁਰਲੀ ਉਸ ਚੀਜ਼ ਦਾ ਕਿਧਰੇ ਨਾ ਕਿਧਰੇ ਕੋਈ ਸਰਕਾਰ ਵੱਲੋਂ ਜਿਹੜੇ ਲੋਕ ਲਾਅ ਮੇਕਰਸ ਨੇ, ਜਿਨ੍ਹਾਂ ਨੇ ਆਰਡਰ ਕੀਤੇ, ਜਿਹੜੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ 38 ਸਾਲਾਂ ਤੋਂ, ਜਿਨ੍ਹਾਂ ਹੁਕਮਰਾਨਾਂ ਨੇ ਆਰਡਰ ਕੀਤੇ, ਜਿਹੜੇ ਅਡਵਾਨੀ ਸਾਹਿਬ ਦੀ ਪਾਰਟੀ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਕਰੋ ਕਰੋ ਕਰੋ, ਅਟੈਕ ਕਰੋ, ਭਿੰਡਰਾਂ ਵਾਲਿਆਂ ਨੂੰ ਹੋਰ ਕੋਈ ਤਰੀਕਾ ਨਹੀਂ ਨੱਥ ਪਾਉਣ ਦਾ, ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਿ ਲਲਕਾਰਾ ਵੀ ਮਾਰਿਆ ਕਿ ਕਰੋ, ਤੇ ਜਿਨ੍ਹਾਂ ਨੇ ਕਰਵਾਇਆ, ਇਹ ਸਭ ਕੁਝ ਜੋ ਹੋਇਆ ਕਿ ਉਹਨਾਂ ਲੋਕਾਂ ਨੂੰ, ਉਸ ਸਰਕਾਰ ਨੂੰ, ਉਸ ਪਾਰਲੀਮੈਂਟ ਨੂੰ, ਉਸ ਰਾਜ ਸਭਾ ਨੂੰ ਕਿ ਅਸੀਂ ਐਜ਼ ਏ ਆਰਡੀਨਰੀ ਸਿਟੀਜ਼ਨ ਮਹਿਸੂਸ ਕਰਦੇ ਹਾਂ ਨਹੀਂ ਹੋਣਾ ਚਾਹੀਦਾ ਸੀਗਾ ਜੀ। ਕਿ ਲਾਅ ਮੇਕਰ ਇਸ ਗੱਲ ਨੂੰ ਰਿਅਲਾਈਜ਼ ਕਰਦੇ ਨੇ ਕਿ ਯਾਰ ਨਹੀਂ ਹੋਣਾ ਚਾਹੀਦਾ ਸੀਗਾ, ਤੇ ਅਸੀਂ ਅਕਾਲ ਤਖਤ ਤੇ ਆ ਕਰਕੇ ਕਹੀਏ ਕਿ ਬਈ ਇਹ ਤਾਂ ਗਲਤ ਹੋ ਗਿਆ ਤੇ ਅਸੀਂ ਉਹਦੀ ਕੋਈ ਰੈਮੀਡੀਅਲ ਸਟੈਪਸ ਚੁੱਕੀਏ ਜਿਹਦੇ ਨਾਲ ਕਿ ਜਿਹੜੀਆਂ ਜ਼ਖਮ ਲੱਗ ਗਏ ਨੇ ਉਹਨਾਂ ਜ਼ਖਮਾਂ ਦਾ ਕੋਈ ਹੱਲ ਲੱਭੀਏ ਜੀ। ਜ਼ਖਮਾਂ ਦਾ ਹੱਲ ਸਰਕਾਰ ਨਾ ਮਾਈ ਬਾਪ ਹੁੰਦੀ ਹੈ।
ਸਰਕਾਰਾਂ ਮਾਈ ਬਾਪ ਹੁੰਦੀਆਂ ਨੇ। ਜਦ ਮਾਈ ਬਾਪ ਜਿਹੜਾ ਹੈ ਉਹ ਇਸ ਤਰੀਕੇ ਦਾ ਸਲੂਕ ਕਰ ਲੇ, ਹੋਰ ਅਸੀਂ ਇਹ ਵੀ ਮਹਿਸੂਸ ਕਰ ਰਹੇ ਹਾਂ ਅੱਜ ਸਾਹਮਣੇ ਜੀ ਲਾਈਵ ਹੋ ਕਰਕੇ ਕਿ ਬਈ ਇਹ ਗਲਤ ਹੋ ਗਿਆ, ਨਹੀਂ ਹੋਣਾ ਚਾਹੀਦਾ ਸੀ ਜੀ। ਤੇ ਨੈਚੁਰਲੀ 38 ਸਾਲਾਂ ਵਿੱਚ ਸਰਕਾਰ ਨੂੰ ਕਿਧਰੇ ਤਾਂ ਅਹਿਸਾਸ ਹੋਣਾ ਚਾਹੀਦਾ ਸੀਗਾ ਨਾ ਬਈ ਸਾਡੀ ਇਸ ਗਲਤੀ ਜਿਹੜੀ ਹੈ ਨਾ ਉਹ ਅਸੀਂ ਸਿੱਖ ਕੌਮ ਦੇ ਕੋਲੋਂ ਪੁੱਛ ਮਿਲੀ। ਨਹੀਂ ਮੈਂ ਪਰਸੋਂ ਇਹਦਾ ਜਵਾਬ ਦਿਆਂਗਾ। ਡਾਕਟਰ ਮਨਮੋਹਨ ਸਿੰਘ ਨੇ ਵੀ ਇੱਕ ਵਾਰੀ ਇੱਕ ਕਬੂਲ ਕੀਤਾ ਸੀ, ਉਹਨਾਂ ਨੇ ਕਿਹਾ ਸੀ ਵੀ ਜੋ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ, ਪਰ ਇਹ ਹੁਣ ਇੱਕ ਕਾਲਾ ਦੌਰ ਗੁਜ਼ਰ ਗਿਆ, ਹੁਣ ਇਹਨੂੰ ਸਾਨੂੰ ਭੁੱਲਣਾ ਚਾਹੀਦਾ। ਜੋ ਹੋ ਗਿਆ ਹੋਣਾ ਨਹੀਂ ਚਾਹੀਦਾ ਸੀਗਾ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ, ਠੀਕ ਹੈ। ਅਗਰ ਇੱਕ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਪੜ੍ਹਦਾ ਹੈ ਤੇ ਉਹ ਕਤਲ ਕਰ ਦਿੰਦਾ ਹੈ ਤੇ ਪ੍ਰਿੰਸੀਪਲ ਕੋ ਕੇ ਕਹਿੰਦਾ ਕਿ ਜੀ ਜੋ ਹੋ ਗਿਆ ਉਹ ਹੋਣਾ ਨਹੀਂ ਚਾਹੀਦਾ ਸੀਗਾ ਤੇ ਮੈਨੂੰ ਕਲਾਸ ਵਿੱਚ ਨਾ ਕੰਟੀਨਿਊ ਕਰਾ ਲਓ, ਤੇ ਉਹ ਮਾਫੀ ਵੀ ਨਹੀਂ ਮੰਗਦਾ, ਠੀਕ ਹੈ ਨਾ, ਗੱਲ ਬਣਦੀ ਨਹੀਂ ਨਾ। ਪਰ ਸਭ ਇਹ ਵੀ ਦੇਖੋ ਸਵਾਲ ਲੋਕ ਜਾਣਨਾ ਚਾਹੁੰਦੇ, ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਨੂੰ ਵੀ ਮਿਲੇ ਹੋ। ਹਾਂਜੀ, ਜੋ ਮੇਰੀ ਜਾਣਕਾਰੀ ਹੈ ਤੁਸੀਂ ਜਨਰਲ ਸ਼ੁਭੇਗ ਸਿੰਘ ਉਹਨਾਂ ਨੂੰ ਇੰਟਰੋਡਿਊਸ ਕਰਾਇਆ। ਮੈਂ ਜਨਰਲ ਸ਼ੁਭੇਗ ਸਿੰਘ ਉਹਨਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਾ ਨਾਲ ਇੰਟਰੋਡਿਊਸ ਵੀ ਕਰਵਾਇਆ ਸੀਗਾ, ਕਿਉਂਕਿ ਮੇਰਾ ਜਿਹੜਾ ਓਰੀਜਨ ਨੇਟਿਵ ਪਲੇਸ ਹੈ ਉਹ ਦੇਹਰਾਦੂਨ ਹੈ ਜੀ। ਤੇ ਜਨਰਲ ਸ਼ੁਭੇਗ ਸਿੰਘ ਵੀ ਆਫਟਰ ਰਿਟਾਇਰਮੈਂਟ ਦੇਹਰਾਦੂਨ ਜਾ ਕੇ ਸੈਟਲ ਹੋ ਗਏ ਸੀਗੇ ਤੇ ਮੈਂ ਦੇਹਰਾਦੂਨ ਗਰਮੀ ਦੀਆਂ ਛੁੱਟੀਆਂ ਵਿੱਚ ਜਾਇਆ ਕਰਦਾ ਸੀਗਾ ਜੀ। ਉੱਥੇ ਫਿਰ ਮੇਰਾ ਉਹਨਾਂ ਨਾਲ ਮੇਲ ਮਿਲਾਪ ਹੋ ਗਿਆ ਜੀ ਜੀ। ਉਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਤੁਸੀਂ ਸੰਤਾਂ ਨੂੰ ਜਾਣਦੇ ਹੋ। ਮੈਂ ਕਿਹਾ ਹਾਂਜੀ, ਕਿਉਂਕਿ ਸੰਤਾਂ ਨੂੰ ਮੈਂ ਤਾਂ ਕਰਕੇ ਵੀ ਜਾਣਦਾ ਸੀਗਾ ਕਿਉਂਕਿ ਭਾਈ ਅਮਰੀਕ ਸਿੰਘ ਖਾਲਸਾ ਕਾਲਜ ਦੇ ਵਿਦਿਆਰਥੀ ਸੀਗੇ ਜੀ ਜੀ। ਹਰਮਿੰਦਰ ਸਿੰਘ ਸੰਧੂ ਜੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਸਾਰੀ ਫੈਡਰੇਸ਼ਨ ਵਾਲੇ ਜਿਹੜੇ ਸੀਗੇ ਖਾਲਸਾ ਕਾਲਜ ਵਿਦਿਆਰਥੀ ਸੀਗੇ। ਸੋ ਬਾਈ ਵਰਚੂ ਆਫ ਦੈਟ ਮੇਰੀ ਉਹਨਾਂ ਨਾਲ ਪ੍ਰੋਕਸੀਮਿਟੀ ਵੀ ਸੀਗੀ, ਨੇੜਤਾ ਵੀ ਸੀਗੀ। ਤੁਸੀਂ ਉਹਨਾਂ ਦਿਨਾਂ 'ਚ ਵੀ ਪੜ੍ਹਾਉਂਦੇ ਸੀਗੇ ਉੱਥੇ? ਮੈਂ ਖਾਲਸਾ ਕਾਲਜ ਪੜ੍ਹਾਉਂਦਾ ਸੀਗਾ ਜੀ ਜੀ। 74 ਤੋਂ ਲੈ ਕਰਕੇ ਮੈਂ ਲਗਾਤਾਰ ਪੜ੍ਹਾਉਂਦਾ ਰਿਹਾ ਜੀ। ਤੋ ਉਸ ਵੇਲੇ ਜਿਸ ਵੇਲੇ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਸੀਗੇ ਤਾਂ ਉਸ ਵੇਲੇ ਮੈਂ ਕਾਲਜ ਪੜ੍ਹਾਉਂਦਾ ਸੀਗਾ ਜੀ। ਤੇ ਮੇਰੇ ਸੰਤ ਜਰਨੈਲ ਸਿੰਘ ਹੋਣਾ ਨਾਲ ਮੇਰੇ ਮੇਲ ਮਿਲਾਪ ਵੀ ਹੋਇਆ ਕਿਉਂਕਿ ਖਾਲਸਾ ਕਾਲਜ ਵੀ ਆਏ ਤੇ ਅਸੀਂ ਉਹਨਾਂ ਨੂੰ ਮਿਲਦੇ ਰਹੇ ਉਹਦੇ ਬਾਅਦ ਜੀ। ਤੋ ਕਹਿਣ ਤੋਂ ਮਤਲਬ ਮੇਰਾ ਇਹ ਸੀਗਾ ਕਿ ਭਈ ਸੰਤ ਜਰਨੈਲ ਸਿੰਘ ਕਿਉਂਕਿ ਮੈਨੂੰ ਜਾਣਦੇ ਸੀਗੇ, ਮੈਂ ਇਸ ਕਰਕੇ ਜਨਰਲ ਸ਼ੁਭੇਗ ਸਿੰਘ ਨੂੰ ਉਹਨਾਂ ਦੇ ਨਾਲ ਇੰਟਰੋਡਿਊਸ ਕਰਵਾਇਆ। ਅੱਛਾ, ਇਹ ਉਦੋਂ ਕਿਹਾ ਜਾਂਦਾ ਜੀ ਵੀ ਇੱਕ ਘੜੇ 'ਚ ਪਰਚੀ ਪਾਤੀ ਜਾਂਦੀ ਸੀ, ਪਰਚੀ 'ਚੋਂ ਨਾਮ ਕਹਿੰਦੇ ਕੱਢਿਆ, ਜਿਹਦਾ ਨਾਮ ਨਿਕਲ ਆਇਆ ਉਹਨੂੰ ਸੋਧ ਦਿਓ। ਨਹੀਂ, ਇਸ ਤਰ੍ਹਾਂ ਦੀਆਂ ਗੱਲਾਂ ਕਈ ਸਾਹਮਣੇ ਆਉਂਦੀਆਂ ਸੀ ਉਦੋਂ। ਦੇਖੋ ਮੈਂ ਬੜਾ ਕਲੋਜ਼ਲੀ ਸਾਰਾ ਕੁਝ ਦੇਖਿਆ ਹੈ, ਹੋਰ ਮੈਨੂੰ ਨਹੀਂ ਇੱਦਾਂ ਕਦੀ ਲੱਗਿਆ ਕਿ ਬਈ ਉੱਥੇ ਕੋਈ ਘੜਾ ਰੱਖਿਆ ਹੋਏ, ਕੋਈ ਪਰਚੀ ਪਾਈ ਜਾਂਦੀ ਹੋਏ ਹੈ ਤੇ ਉਹ ਪਰਚੀ ਕੱਢੀ ਜਾਂਦੀ ਹੋਏ ਹੈ, ਜੋ ਤੁਸੀਂ ਕੱਲ ਕਹਿ ਰਹੇ ਹੋ। ਇਹ ਸੁਣੀਆਂ ਸੁਣੀਆਂ ਗੱਲਾਂ ਨੇ, ਮੈਨੂੰ ਲੱਗਦਾ ਕਿ ਇਹਨਾਂ ਵਿੱਚ ਕੋਈ ਸੱਚਾਈ ਨਹੀਂ ਹੈਗੀ ਕਿਸੇ ਕਿਸਮ ਦੀ ਵੀ। ਪਰਸ਼ਮ ਦੇਖੋ, ਸੰਤ ਹੋਣਾ ਨੂੰ ਕਿਸੇ ਨੇ ਵੀ ਟੈਰਰਿਸਟ ਨਹੀਂ ਕਿਹਾ। ਹਾਂਜੀ, ਐਗਜ਼ੈਕਟਲੀ। ਇੰਦਰਾ ਗਾਂਧੀ ਨੇ ਵੀ ਜਦੋਂ ਇਹ ਹੁਕਮ ਦਿੱਤੇ ਹੈ, ਮੇਰਾ ਖਿਆਲ 1984 ਚ 2 ਜੂਨ ਨੂੰ ਪੰਜਾਬ 'ਚ, ਜੇ ਮੈਂ ਗਲਤ ਨਹੀਂ ਹੈ, ਤੇ ਕਰਫਿਊ ਲਗਾਤਾ ਜਾਂਦਾ। ਉਸ ਤੋਂ ਪਹਿਲੇ ਉਹ ਕੌਮ ਦੇ ਨਾਲ, ਮੁਲਕ ਦੇ ਨਾਲ ਸੰਦੇਸ਼ ਪੜ੍ਹਦੇ ਨੇ ਤੇ ਫਿਰ ਉਸ ਤੋਂ ਬਾਅਦ ਸੈਂਸਰਸ਼ਿਪ ਵੀ ਲਾ ਦਿੱਤੀ ਜਾਂਦੀ ਹੈ। ਤੇ ਕਿਆ ਇਹ ਤੁਹਾਨੂੰ ਲੱਗਦਾ ਹੈ ਕਿ ਦੇਖੋ ਉੱਥੋਂ DIG ਅਟਵਾਲ ਨੂੰ ਵੀ ਗੋਲੀ ਮਾਰ ਕੇ ਅੰਦਰ ਮਾਰ ਦਿੱਤਾ ਜਾਂਦਾ ਹੈ ਸ਼੍ਰੀ ਹਰਿਮੰਦਰ ਸਾਹਿਬ ਪਰਿਸਰ ਦੇ ਵਿੱਚ ਹੀ? ਮਤਲਬ ਇਹ ਅੰਦਰ ਇੰਨਾ ਵਿਸਤਾਰ ਹੋ ਗਿਆ। ਇਹ ਉਦੋਂ ਕਿਹਾ ਗਿਆ ਜਦੋਂ ਵੀ ਬਹੁਤ ਜ਼ਿਆਦਾ, ਕਿਉਂਕਿ ਹੁਣ ਸੈਨਾ ਹੀ ਕੁਝ ਕਰ ਸਕਦੀ ਹੈ, ਕਿਉਂਕਿ ਅੰਦਰ ਹਥਿਆਰ ਇੰਨੇ ਜਮ੍ਹਾਂ ਹੋ ਗਏ ਨੇ ਕਿ ਗੱਲ ਹੈ ਨਾ, ਕਿਉਂ ਹੋਇਆ ਵੀ ਚਾਰਾ ਕੋਈ ਨਹੀਂ ਰਿਹਾ? ਤੁਹਾਨੂੰ ਕੀ ਲੱਗਦਾ ਕਿ ਹੋਰ ਚਾਰਾ ਸੀਗਾ ਵੀ ਕਿਸੇ ਹੋਰ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਕਿਹਾ ਜਾ ਸਕਦਾ ਵੀ ਤੁਸੀਂ ਸਰੈਂਡਰ ਕਰ ਦਿਓ ਜਾਂ ਬਾਹਰ ਆ ਜਾਓ ਜਾਂ ਇਹ ਵਾਲਾ ਰਸਤਾ ਛੱਡ ਦਿਓ? ਮੈਂ ਨਾ 1 ਮਿੰਟ ਵਾਸਤੇ ਤੁਹਾਡੇ ਸਵਾਲ ਦਾ ਜਵਾਬ ਨੂੰ ਜੀ ਥੋੜਾ ਜਿਹਾ ਫॉर ਅ ਟਾਈਮ ਬੀਇੰਗ ਪੋਸਟਪੋਨ ਕਰ ਰਹੇ ਹਾਂ ਜੀ। ਮੇਰਾ ਅਗਲਾ ਕੁਐਸਚਨ ਹੈ ਕਿ ਉਸ ਵੇਲੇ 38 ਗੁਰਦੁਆਰਿਆਂ ਦੇ ਪੰਜਾਬ ਦੇ ਵਿੱਚ ਜੀ ਫੌਜ ਨੇ ਹਮਲਾ ਕੀਤਾ ਜੀ। ਉਹਨਾਂ 38 ਗੁਰਦੁਆਰਿਆਂ ਵਿੱਚ ਤਾਂ ਸੰਤ ਜਰਨੈਲ ਸਿੰਘ ਬੈਠਾ ਨਹੀਂ ਸੀਗਾ, ਨੰਬਰ 1 ਜੀ ਜੀ। ਮਾਈ ਕੁਐਸਚਨ। ਸੈਕੰਡ ਮਾਈ ਕੁਐਸਚਨ ਇਜ਼ ਕਿ ਉਹ 38 ਗੁਰਦੁਆਰੇ ਜਿਹੜੇ ਸੀਗੇ ਉਹ 'ਚ ਕੋਈ ਮੋਰਚਾਬੰਦੀ ਨਹੀਂ ਸੀਗੀ ਜੀ, ਉਹ 'ਚ ਫੋਰਟੀਫਿਕੇਸ਼ਨ ਕੋਈ ਨਹੀਂ ਸੀਗੀ, ਜੀ। ਮੋਰਚਾਬੰਦੀ ਕੋਈ ਨਹੀਂ ਸੀਗੀ। ਜੀ। ਸੋ ਉਹ 38 ਗੁਰਦੁਆਰੇ ਉਸ ਕੈਟਾਗਰੀ ਵਿੱਚ, ਉਸ ਲਿਸਟ ਵਿੱਚ ਕਿੱਦਾਂ ਆ ਗਏ? 1 ਦਿਸ ਇਜ਼ ਬਿਗ ਕੁਐਸਚਨ ਜੀ। ਨੰਬਰ 2, ਕੀ ਸੈਂਟਰਲ ਗਵਰਨਮੈਂਟ ਨੇ, ਕਿਸੇ ਅਦਾਲਤ ਨੇ ਕਦੀ ਇਹ ਗੱਲ ਕਹੀ ਹੋਏ ਕਿ ਸਾਨੂੰ ਵਾਂਟਡ ਐਸ ਸੰਤ ਜਰਨੈਲ ਸਿੰਘ ਖਾਲਸਾ?
ਦੇਖੋ ਲਾਅ ਦੇ ਅਗਰ ਲਾਅ 'ਚ ਯਕੀਨ ਕਰਦੇ ਆ ਤੇ ਫਿਰ ਲਾਅ ਦੀ ਗੱਲ ਕਰਾਂਗੇ। ਜੀ ਜੇ ਅਸੀਂ ਲਾਅ 'ਚ ਯਕੀਨ ਨਹੀਂ ਕਰਦੇ ਕਿ ਗਵਰਨਮੈਂਟ ਇਜ਼ ਲਾਅ, ਨੋ, ਜੀ ਰੌਂਗ। ਲਾਅ ਵੱਖਰੀ ਚੀਜ਼ ਹੈ, ਗਵਰਨਮੈਂਟ ਵੱਖਰੀ ਚੀਜ਼ ਹੈ। ਜੀ ਠੀਕ ਹੈ ਜੀ। ਕਿ ਕਦੀ ਅਦਾਲਤ ਨੇ ਜਾਂ ਸਰਕਾਰ ਨੇ ਕਿਹਾ ਹੋਇਆ ਕਿ ਦੇਖੋ ਜੀ ਇਸ ਬੰਦੇ ਦੇ ਖਿਲਾਫ, ਸੰਤ ਜਰਨੈਲ ਸਿੰਘ ਦੇ ਖਿਲਾਫ ਇੰਨੇ ਸੰਗੀਨ ਦੋਸ਼ ਨੇ, ਇਹ ਇਹਨਾਂ ਕੇਸਿਸ ਵਿੱਚ ਵਾਂਟਡ ਹੈ, ਇਹ ਬੰਦਾ ਪੇਸ਼ ਨਹੀਂ ਹੋ ਰਿਹਾ, ਇਹ ਪ੍ਰੋਕਲੇਮਡ ਆਫੈਂਡਰ ਹੈ, ਵੀ ਵਾਂਟ ਦਿਸ ਮੈਨ। ਕਿ ਐਸੀ ਕੋਈ ਸਟੇਟਮੈਂਟ ਕੋਈ ਵੀ ਅਖਬਾਰ, ਕੋਈ ਵੀ ਚੈਨਲ ਸਿੱਖ ਕੌਮ ਨੂੰ ਦਿਖਾ ਸਕਦੀ ਹੈ ਜੀ ਕਿ ਭਈ ਹੀ ਵਾਸ ਵਾਂਟਡ ਐਂਡ ਹੀ ਡੈਲੀਬਰੇਟਲੀ ਉਹ ਬੰਦੇ ਨੇ ਅਰੈਸਟ ਨੂੰ ਅਵੋਇਡ ਕੀਤਾ। ਸੋ ਵੇਅਰ ਇਜ਼ ਦ ਲੌਜਿਕ? ਦਲੀਲ ਕਿੱਥੇ ਹੈ? ਬੰਦਾ ਵਾਂਟਡ ਨਹੀਂ ਹੈ, ਬੰਦਾ ਅਦਾਲਤ ਵੱਲੋਂ ਕਿਸੇ ਪ੍ਰਕਾਰ ਦਾ ਦੋਸ਼ੀ ਡਿਕਲੇਅਰ ਨਹੀਂ ਕੀਤਾ ਗਿਆ, ਪ੍ਰੋਕਲੇਮਡ ਪ੍ਰੋਸੀਜਰ, ਲਾਅ ਦਾ ਪ੍ਰੋਸੀਜਰ ਤਾਂ ਇਹੋ ਹੀ ਹੈ ਨਾ ਜੀ 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 ਕਿ ਬੰਦਾ ਜੀ ਸਾਨੂੰ ਵਾਂਟਡ ਹੈ, ਪ੍ਰੋਕਲੇਮਡ ਆਫੈਂਡਰ ਹੈ, ਉਹ ਆ ਨਹੀਂ ਰਿਹਾ। ਪਰ ਸਰ ਦੇਖੋ, ਉਦੋਂ ਦੇਖੋ ਪੰਜਾਬ ਦੇ ਹਾਲਾਤ ਜਿਵੇਂ ਹੋ ਗਏ ਸਭ ਨੂੰ ਪਤਾ ਜੀ। ਦੇਖੋ ਮੈਂ ਵੀ ਉਸ ਦੌਰ 'ਚ ਗੁਜ਼ਰਿਆ ਤੇ ਲੰਬਾ, ਮੈਂ ਵੀ ਖਾਲਸਾ ਕਾਲਜ ਦਾ ਸਟੂਡੈਂਟ ਰਿਹਾ ਜੀ। ਉਸ ਟੈਰਰਿਜ਼ਮ ਦੇ ਜ਼ਮਾਨੇ 'ਚ ਮੈਂ ਕਾਫੀ ਲੰਬਾ ਸਮਾਂ ਉੱਥੇ ਗੁਜ਼ਾਰਿਆ। ਤੇ ਪਰ ਸਰ ਹਾਲਾਤ ਜਿਵੇਂ ਹੋ ਗਏ ਸੀਗੇ, ਬਹੁਤ ਸਾਰੇ ਲੋਕਾਂ ਨੂੰ, ਦੂਸਰੀ ਕਮਿਊਨਿਟੀਜ਼ ਦੇ ਲੋਕਾਂ ਨੂੰ ਕਿਸੇ ਨੂੰ ਬੱਸ 'ਚੋਂ ਕੱਢ ਕੇ ਮਾਰਤਾ ਜਾਂ ਟਾਰਗੇਟ ਕੀਤਾ ਗਿਆ। ਤੇ ਕਿਹਾ ਜਾ ਰਿਹਾ ਕਿ 26,000 ਜਿਹੜੇ ਲੋਕ ਹੈ ਉਹ ਡਿਊਰਿੰਗ ਟੈਰਰਿਜ਼ਮ ਦੇ ਦੌਰਾਨ ਮੌਤ ਹੋਈ। ਤੇ ਸੰਤ ਜੀ ਦਾ ਇਹ ਸੀਗਾ ਕਿ ਇਹ ਉੱਥੋਂ ਸਾਰਾ ਆਪਰੇਟ ਕਰ ਰਹੇ ਆ ਦਰਬਾਰ ਸਾਹਿਬ ਤੋਂ ਬੈਠ ਕੇ। ਇਹ ਜੋ ਏਜੰਸੀਜ਼ ਨੇ ਇਨਪੁਟ ਸੈਂਟਰ ਗਵਰਨਮੈਂਟ ਨੂੰ ਦਿੱਤੀ, ਤਾਂ ਸੈਂਟਰ ਗਵਰਨਮੈਂਟ ਨੇ ਜਦੋਂ ਇਹ ਕਿਹਾ ਵੀ ਇਹ ਕਿਸੇ ਤਰ੍ਹਾਂ ਕੋਈ ਹੈ ਨਹੀਂ ਹੋ ਸਕਦਾ, ਫਿਰ ਫੌਜ ਨੂੰ ਇਹ ਕਿਹਾ ਗਿਆ ਕਿ ਫੌਜ ਦੀ ਹੈਲਪ ਲਈ ਜਾਂਦੀ ਸੀ। ਸ਼ਾਇਦ ਉਹਨਾਂ ਨੂੰ ਉਦੋਂ ਇੰਨਾ ਅੰਦਾਜ਼ਾ ਨਹੀਂ ਸੀਗਾ ਵੀ ਇੰਨਾ ਜ਼ਿਆਦਾ ਨੁਕਸਾਨ ਹੋਏਗਾ। ਕਿ ਆਪਣੇ ਬੰਦਿਆਂ ਦੇ ਉੱਤੇ ਹਰਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਇਹ ਸਿੱਖ ਆਸਥਾ ਦੇ ਕੇਂਦਰ ਨੇ ਜੀ, ਕਰੈਕਟ ਜੀ ਜੀ। ਔਰ ਇਹ ਸਿੱਖ ਜਿਹੜੇ ਨੇ, ਜਿਨ੍ਹਾਂ ਨੇ ਕਿ 80-90% ਕੁਰਬਾਨੀਆਂ ਕੀਤੀਆਂ ਨੇ, ਜੀ ਕਰੈਕਟ, ਬਿਲਕੁਲ ਠੀਕ ਹੈ ਜੀ। ਉਹਨੂੰ ਇਹ ਕਹਿੰਦੇ ਇਹ ਉਹ ਸੱਚ ਹੈ ਜਿਹਨੂੰ ਝੁਠਾਇਆ ਨਹੀਂ ਜਾ ਸਕਦਾ। ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਜਿਨ੍ਹਾਂ ਲੋਕਾਂ ਨੇ 80-90% ਕੁਰਬਾਨੀਆਂ ਕੀਤੀਆਂ, ਜੀ ਜੀ ਜੀ। ਔਰ ਇਹ ਹਰਮੰਦਰ ਸਾਹਿਬ ਹੈ ਜੀ, ਜਿੱਥੋਂ ਕਿ ਇਸ਼ਨਾਨ ਕਰਕੇ ਸਿੱਖ ਜੀ ਮੁਗਲਾਂ ਨਾਲ ਲੜਾਈ ਲੜਦੇ ਸੀਗੇ ਤਾਕਤ ਲੈ ਕੇ। ਜੀ। ਤੁਸੀਂ ਆਪਣੇ ਹੀ ਤਾਕਤ ਵਾਲੇ ਸੋਮੇ ਨੂੰ, ਸਰੋਤ ਨੂੰ, ਇੱਕ ਦੇਸ਼ ਦੇ ਹੁਕਮਰਾਨ ਉਸੇ ਸਰੋਤ ਨੂੰ ਹੀ ਖਤਮ ਕਰ ਦੇਣ, ਇਸ ਤੋਂ ਵੱਡੀ ਨਲਾਇਕੀ ਕੋਈ ਨਹੀਂ ਹੋ ਸਕਦੀ। ਨਹੀਂ ਸਰ, ਉਹ ਤਰੀਕਾ ਕੀ ਸੀ ਜੀ? ਪਰ ਸਭ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਤਰੀਕੇ ਤੇ ਬੜੇ ਸੀਗੇ, ਲੇਕਿਨ ਅੱਜ ਉਹ ਤਰੀਕਿਆਂ ਨੂੰ ਲੱਭਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜੀ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਭਈ ਪੰਜਾਬ ਦੇ ਵਿੱਚ ਹੁਣ ਕਿਸੇ ਪ੍ਰਕਾਰ ਦਾ ਵੀ ਬਲੱਡ ਸ਼ੈਡ ਨਹੀਂ ਹੋਣਾ ਚਾਹੀਦਾ ਜੀ। ਇਹ ਹਰ ਵਿਅਕਤੀ ਦੀ ਆਵਾਜ਼ ਹੈ ਜੀ, ਹਰ ਵਿਅਕਤੀ ਦੀ ਆਵਾਜ਼ ਹੈ, ਚਾਹੇ ਉਹ ਆਜ਼ਾਦੀ ਮੰਗ ਰਿਹਾ, ਚਾਹੇ ਆਜ਼ਾਦੀ ਨਹੀਂ ਮੰਗ ਰਿਹਾ। ਜੀ। ਪੰਜਾਬ ਦੇ ਵਿੱਚ ਇੰਨੀ ਬਲੀਡਿੰਗ ਹੋ ਚੁੱਕੀ ਹੈ, ਮੈਂ ਬਹੁਤ ਸੰਤਾਪ ਪਹਿਲੇ ਲੋਕਾਂ 'ਚ ਲਿਆ, ਸੰਤਾਪ ਹੰਡਾ ਲਿਆ। ਹੁਣ ਲੋਕੀ ਨਹੀਂ ਚਾਹੁੰਦੇ, ਜੀ, ਸਰਕਾਰਾਂ ਚਾਹੁੰਦੀਆਂ ਨੇ ਕਿ ਭਈ ਡਿਵਾਈਡ ਐਂਡ ਰੂਲ, polarization. This is the secret agenda of the union government as well as of the agencies कि how to create the polarization and create the vote bank. अपना वोट बैंक कितना बनाना है कि भाई हाइप इन्नी क्रिएट कर दो रिलीजन बेसिस उत्ते, ठीक है, कि साड़ा वोट बैंक प्रोटेक्टेड हो जाए। मैं समझदा तुसी आज वेखो कि ਸਪਤਾਹ ਚੱਲ ਰਿਹਾ ਘੱਲੂਘਾਰੇ ਦਾ ਜੀ। ਪਿਛਲੇ ਸਾਲਾਂ ਤੱਕ 10 ਬਟਾਲੀਅਨ ਆਉਂਦੀਆਂ ਸੀਗੀਆਂ ਜੀ, ਹਾਂਜੀ, ਐਤਕੀ 20 ਆਈਆਂ ਨੇ ਪੰਜਾਬ ਚ ਵਿੱਚ ਜੀ। ਘੱਲੂਘਾਰੇ ਕਰਕੇ। ਆਪਾਂ ਜਾ ਕੇ ਸਾਰਾ ਅੰਮ੍ਰਿਤਸਰ, ਸਾਰੇ ਸ਼ਹਿਰ ਘੁੰਮ ਲਈਏ, ਜੀ, ਸਾਰੇ ਬਾਜ਼ਾਰ ਖੁੱਲੇ ਨੇ, ਖੁੱਲੇ, ਠੀਕ ਹੈ ਜੀ। ਜੀ। ਮੈਨੂੰ ਦੱਸੋ ਕਿ ਕੋਈ ਐਸੀ ਗਲੀ, ਕੋਈ ਐਸਾ ਮੁਹੱਲਾ, ਕੋਈ ਐਸਾ ਬਾਜ਼ਾਰ, ਕੋਈ ਐਸਾ ਪਿੰਡ, ਕੋਈ ਐਸੀ ਥਾਂ ਦੱਸੋ ਜਿੱਥੇ ਕਿ ਹਿੰਦੂ ਤੇ ਸਿੱਖ ਆਪਸ ਵਿੱਚ ਇੱਕ ਦੂਸਰੇ ਨੂੰ ਘੂਰਦੇ ਵੀ ਹੋਣ, ਬਿਲਕੁਲ ਨਹੀਂ। ਕੋਈ ਮਾੜਾ ਸ਼ਬਦ ਬੋਲਦੇ ਹੋਣ, ਜੀ, ਨਹੀਂ, ਬਿਲਕੁਲ ਨਹੀਂ। then what is the problem? Where is the problem? The problem is ਕਿ ਤੁਸੀਂ 20 ਕੰਪਨੀਆਂ ਬੁਲਾ ਕਰਕੇ
ਤੁਸੀਂ ਚਾਰ ਸਵੇਰੇ ਹਰ ਗਲੀ ਮੁਹੱਲੇ ਦੇ ਬਾਹਰ ਟੈਂਟ ਲਾ ਕਰਕੇ ਪੁਲਿਸ ਵਾਲੇ ਉੱਥੇ ਖੜੇ ਕਰਤੇ ਨੇ, ਕਿਧਰੇ ਕੋਈ ਸੀਆਰਪੀਐਫ ਆ ਗਈ, ਕੋਈ ਫਲਾਣੀ ਆ ਗਈ, ਧਮਕੜੀ ਆ ਗਈ। ਪੰਜਾਬ ਦੇ ਉੱਤੇ ਕਿੰਨਾ ਆਰਥਿਕ ਬੋਝ ਹੈ। ਯੂ ਆਰ ਅ ਲਰਨਡ ਮੈਨ। अब क्या 3 लाख करोड़ ਤੋਂ ਜ਼ਿਆਦਾ ਕਰਜ਼ਾ ਪੰਜਾਬ ਦੇ ਉੱਪਰ। ਤੇ ਇਹ ਕਰਜ਼ਾ ਹੋਰ ਪੈਣਾ ਹੈ। ਇਹ ਉਹ ਪੈਸੇ ਤੁਸੀਂ ਬੱਚਿਆਂ ਦੀ ਪੜ੍ਹਾਈ ਤੇ ਲਾਓ। ਨਹੀਂ ਪਰ ਸਾਹਿਬ ਦੇਖੋ, ਉਹਦੇ 'ਚ ਫਿਰ ਮੇਰੇ ਦੇ ਸਵਾਲ ਹੈ। ਦੇਖੋ ਨਾ, ਸਮ ਪੀਪਲ ਆਰ ਡਿਮਾਂਡਿੰਗ ਖਾਲਿਸਤਾਨ, ਸਾਨੂੰ ਖਾਲਿਸਤਾਨ ਚਾਹੀਦਾ ਹੈ। ਵੀ ਖਾਲਿਸਤਾਨ, ਜਿੱਥੋਂ ਮੈਂ ਸ਼ੁਰੂ ਕੀਤੀ ਸੀ ਗੱਲ, ਵੀ ਖਾਲਿਸਤਾਨ ਚਾਹੀਦਾ ਹੈ। ਪਹਿਲਾ ਸਵਾਲ ਹੈ ਕਿਉਂ ਖਾਲਿਸਤਾਨ ਚਾਹੀਦਾ ਹੈ? Yes. ਵੀ ਕਿਆ ਅਸੀਂ ਭਾਰਤ ਨਾਲੋਂ ਅੱਡ ਹੋਣਾ ਚਾਹੁੰਦੇ ਹਾਂ? ਦਿਸ ਇਜ਼ ਅ ਗੁੱਡ ਕੁਐਸਚਨ, ਆਈ ਵਿਲ ਆਨਸਰ ਯੂ। ਠੀਕ ਹੈ, ਤੇ ਜੇ ਖਾਲਿਸਤਾਨ ਮਿਲਦਾ ਹੈ ਤੇ ਦੂਸਰੀ ਕਮਿਊਨਿਟੀਜ਼ ਜਾਂ ਹਿੰਦੂ ਜਾਂ ਦੂਸਰੇ ਜਿਹੜੀ ਵੀ ਕਮਿਊਨਿਟੀ ਇੱਥੇ ਰਹਿੰਦੀ ਹੈ, ਵੀ ਕਿਆ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਏਗਾ? ਵੀ ਹੁਣ ਖਾਲਿਸਤਾਨ ਬਣ ਗਿਆ, ਤੁਸੀਂ ਬਾਹਰ ਚਲੇ ਜਾਓ। ਦੇਖੋ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਪਹਿਲੀ ਗੱਲ ਤਾਂ ਜੀ ਉਹ ਗੁਰੂ ਨਾਨਕ ਦਾ ਸਿੱਖ ਹੈ ਨਾ, ਜੀ ਤੁਹਾਨੂੰ ਕਲੀਅਰ ਕਰਦੇ ਹਾਂ। ਇਹ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈ ਕੇ ਤੁਰਦਾ ਹੈ। ਜੀ ਔਰ ਇਸ ਚੀਜ਼ ਦਾ ਤੁਸੀਂ ਦੇਖਿਆ ਕਰੋਨਾ ਦੇ ਦੌਰਾਨ ਕੀ ਹੋਇਆ। ਜੀ 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 ਆਕਸੀਜਨ ਦੇ ਲੰਗਰ ਆਪਣੀ ਲਾਏ, ਦਰਿਆ ਸਭ ਕੁਛ ਦਲੀਲੀ ਕੀਤਾ। ਦੇਖੋ, ਸਿੱਖ ਪੂਰੀ ਦੁਨੀਆ 'ਚ ਮਸ਼ਹੂਰ ਠੀਕ ਹੈ ਹੈ। ਨਾ, ਠੀਕ ਹੈ। ਗੁਰਦੁਆਰੇ ਅੱਛਾ, ਕੋਈ ਅੱਛਾ, 24 ਘੰਟੇ ਹੁਣ- ਲੰਗਰ ਚੱਲਦਾ ਹੈ, ਪੂਰੀ ਦੁਨੀਆ 'ਚ ਮਸ਼ਹੂਰ ਹੈ। ਠੀਕ ਹੈ ਨਾ। ਹੁਣ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ। ਜੀ ਮੈਨੂੰ ਦੱਸੋ ਕਿ ਕੋਈ ਵੀ ਦੁਨੀਆ ਦੀ ਐਸੀ ਕੌਮ ਜਿਹੜੀ ਕਿ ਗੁਲਾਮ ਰਹਿਣਾ ਚਾਹੁੰਦੀ ਹੋਵੇ? ਫਸਟ ਕੁਐਸਚਨ। ਸੈਕੰਡ ਕੁਐਸਚਨ, ਅਸੀਂ ਇਤਿਹਾਸ ਵਿੱਚ ਰਾਜ ਕੀਤਾ ਹੈ। ਜੀ ਰਾਜ ਕੀਤਾ ਹੈ। ਅਸੀਂ ਪਹਿਲੀ ਵਾਰੀ ਰਾਜ ਨਹੀਂ ਮੰਗ ਰਹੇ। ਅਸੀਂ ਰਾਜ ਕੀਤਾ ਹੈ। ਦਿੱਲੀ ਦੇ ਲਾਲ ਕਿਲੇ ਦੇ ਉੱਤੇ ਅਸੀਂ ਕੇਸਰੀ ਪੰਚਮ ਕੁਮਾਰ ਚਲਾਇਆ ਹੈ। ਜੀ ਰਾਜ ਕੀਤਾ ਹੈ। ਅਸੀਂ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ। ਅਸੀਂ ਰਾਜ ਕਰਨ ਦੇ ਸਮਰੱਥ ਹਾਂ। ਜਦ ਮੈਂ ਇਹ ਕਹਿ ਰਿਹਾ ਨਾ ਅਸੀਂ ਰਾਜ ਕਰਨ ਦੇ ਸਮਰੱਥ ਹਾਂ, ਉਹਦੇ ਵਿੱਚੋਂ ਬਾਦਲਾਂ ਨੂੰ ਮਾਈਨਸ ਕਰਕੇ ਸੋਚਿਆ ਕਰੋ। ਅੱਛਾ, ਕਿਉਂਕਿ ਬਾਦਲ ਪਰਿਵਾਰ ਅੱਛਾ, ਉਹ ਨਹੀਂ। ਨਾ ਉਹਨਾਂ ਕੋਲ ਤਾਂ ਗੁਰਮਤਿ ਨਾਮ ਦੀ ਚੀਜ਼, ਗੁਰੂ ਨਾਨਕ ਸਾਹਿਬ ਦੀ ਸੋਚ ਹੈ ਹੀ ਨਹੀਂ। ਉਹਨਾਂ ਕੋ ਕਦੀ ਸੋਚਿਆ ਉਹਨਾਂ ਦੇਖੋ ਜੀ, ਉਹ ਸਿਰਫ ਹੈਗੇ ਪੰਜਾਬ ਨੂੰ ਲੁੱਟਣਾ ਕਿੱਦਾਂ ਹੈ, ਅੱਛਾ ਪੰਜਾਬ ਨੂੰ ਲੁੱਟਣਾ ਕਿੱਦਾਂ ਹੈ। ਉਹਨਾਂ ਕੋਲ ਤਾਂ ਇਹੋ ਸੋਚ ਹੈ ਹੀ ਨਹੀਂ। ਸੋ ਜੋ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਸੀਗੀ, ਕੀ ਤੁਸੀਂ ਸੋਚਦੇ ਹੋ ਕਿ ਉਹ ਸੁਖਬੀਰ ਬਾਦਲ ਕੋਲ ਇਹੀ ਸੋਚ ਹੋਏਗੀ? ਨਾ, ਸਵਾਲ ਹੀ ਨਹੀਂ ਪੈਦਾ ਉੱਠਦਾ। ਮਹਾਰਾਜਾ ਰਣਜੀਤ ਸਿੰਘ ਨੇ ਤਾਂ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਲਾਤੀਆਂ। ਇਹਨਾਂ ਨੇ ਗੁਰਦੁਆਰਿਆਂ ਨਾਲ ਲੱਗੀਆਂ ਜ਼ਮੀਨਾਂ ਨੂੰ ਖਾ ਗਏ। ਇਹਨਾਂ ਨੇ ਗੁਰੂ ਦੀ ਗੋਲਕਾ ਖਾ ਲਈ ਹੈ। ਉਹਨੇ ਤਾਂ ਹਰਮੰਦਰ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਸੋਨਾ ਲਾਤਾ। ਇਹ ਤਾਂ ਸੋਨਾ ਲਾ ਲੈਂਦੇ ਨੇ। ਸੋ ਬੜੀ ਡਿਫਰੈਂਸ ਹੈ ਇਹਨਾਂ ਦਾ। ਖੈਰ, ਹੁਣ ਵਾਪਸ ਮੈਂ ਆਪਣੀ ਗੱਲ ਤੇ ਆਵਾਂ। ਤੁਹਾਡੇ ਸਵਾਲ ਦਾ ਜਵਾਬ, ਜੀ ਜੀ ਖਾਲਿਸਤਾਨ ਦੀ ਮੰਗ ਕਰਨੀ, ਜੀ ਚੇਤੇ ਰੱਖਿਓ, ਇਹ ਮਨੁੱਖਤਾ ਦੇ ਭਲੇ ਵਾਸਤੇ ਹੈ। ਜੀ ਇਹਨੂੰ ਨਾਮ ਕੋਈ ਵੀ ਦੇਖ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਹਲੇਮੀ ਰਾਜ ਦੀ ਗੱਲ ਕੀਤੀ ਗਈ ਹੈ। ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਲੇਮੀ ਰਾਜ ਦੀ ਗੱਲ ਕੀਤੀ ਗਈ ਹੈ। ਜੀ ਐਸਾ ਰਾਜ ਜਿਹਦੇ ਵਿੱਚ ਕਿ ਬੇਗਮਪੁਰਾ ਵਰਗੀ ਗੱਲ ਹੋਏ। ਇਹ ਮੈਂ ਜਬ ਸ਼ੇ ਸ਼ਬਦ ਬੋਲ ਰਿਹਾ ਨਾ, ਜੀ, ਜੀ। ਹਲੇਮੀ ਰਾਜ, ਹਾਂ, ਹਾਂ। ਇਹ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ। ਜੀ ਜੀ ਬੇਗਮਪੁਰਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ। ਜੀ ਬੇਗਮ, ਹਾਂ। ਬਗੈਰ ਕਿਸੇ ਗਮ ਗਮ ਦੇ, ਤੋਂ। ਠੀਕ ਹੈ। ਐਸਾ ਰਾਜ ਪ੍ਰਬੰਧ ਜਿਹੜਾ ਕਿ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ 'ਚ ਲੈ ਲੇ। ਜੀ ਚੇਤੇ ਰੱਖਿਓ, ਸਾਡੇ ਕੋਲ ਜਿਹੜਾ DNA ਹੈ ਨਾ, ਜਿਹੜੀ ਸੋਚ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੀ ਹੈ। ਉਸ ਗੁਰੂ ਨਾਨਕ ਸਾਹਿਬ ਦੀ ਸੋਚ ਕੀ ਕਹਿੰਦੀ ਹੈ? ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਭਾਵ ਕਹਿਣ ਦਾ ਸਾਰੀ ਮਨੁੱਖਤਾ ਨੂੰ ਇੱਕੋ ਜਿਹਾ ਲੈ ਕੇ ਚੱਲਣਾ ਹੈ। ਮੈਂ ਤੁਹਾਡੇ ਜੀ, ਜਵਾਬ ਦੇ ਰਿਹਾ। ਸੋ ਖਾਲਿਸਤਾਨ ਦੀ ਮੰਗ ਕਰਨੀ ਸ਼ਾਂਤਮਈ ਤਰੀਕੇ ਦੇ ਨਾਲ, ਇੱਕ ਪੀਸਫੁਲ ਤਰੀਕੇ ਦੇ ਨਾਲ, ਮੈਂ ਕਹਿੰਦਾ ਕਿ ਸਾਰੀ ਮਨੁੱਖਤਾ ਉਹਦੇ ਵਿੱਚ, ਜਿਸ ਵੇਲੇ ਸਾਡਾ ਦੇਸ਼ ਬਣ ਜਾਏਗਾ, ਉਹਦੇ ਵਿੱਚ ਤੁਸੀਂ ਤੇ ਮੈਂ ਫਿਰ ਇੱਦਾਂ ਹੀ ਬੈਠਾਂਗੇ। ਤੇ ਪੰਜਾਬ ਸੂਬਾ ਹੈਗਾ ਕਿੰਨਾ ਜਿਹਾ? ਪਰ ਸਭ ਦੇਖੋ, ਜੇ ਖਾਲਿਸਤਾਨ ਬਣ ਵੀ ਜਾਂਦਾ, ਇੰਨਾ ਕਿਤੇ ਹੈਗਾ ਪੰਜਾਬ। ਇਹ ਗੱਲ ਨਾ ਕਰੋ। ਹਾਂ। ਇਹ ਗੱਲ ਨਾ ਕਰੋ। ਜਿਸ ਵੇਲੇ ਇਹਨੇ ਬਣਨਾ ਹੈ ਨਾ, ਚੇਤੇ ਰੱਖਿਓ ਗੱਲ ਨੂੰ, USSR ਵੱਖ-ਵੱਖ ਟੁਕੜਿਆਂ ਦੇ ਵਿੱਚ ਅਲੱਗ ਹੋ ਗਿਆ, ਬਣ ਗਿਆ ਨਾ, ਟੁਕੜੇ ਅਲੱਗ ਹੋ ਗਏ ਨਾ। ਉੱਥੇ ਬੰਬ ਚੱਲੇ ਸੀਗੇ, ਤੋਪਾਂ ਚੱਲੀਆਂ ਸੀਗੀਆਂ, ਟੈਂਕ ਚੱਲੇ ਸੀ, ਰਾਕਟ ਚੱਲੇ ਸੀਗੇ, ਕੁਛ ਨਹੀਂ ਚੱਲਿਆ ਨਾ। USSR ਖੰਡਿਤ ਹੋ ਗਿਆ। ਕਿੰਨੇ ਦੇਸ਼ ਬਣ ਗਏ? ਨਿੱਕੇ 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 ਬਣ ਗਏ ਨਾ। ਚੇਤੇ ਰੱਖਿਓ, ਕੋਈ ਵੀ ਦੇਸ਼ ਉਹਦੀਆਂ ਬਾਉਂਡਰੀਜ਼ ਪਰਮਾਨੈਂਟ ਨਹੀਂ ਹੁੰਦੀਆਂ, ਖੰਡਿਤ ਵੀ ਹੁੰਦੀਆਂ ਨੇ। ਦੇਸ਼ ਵੱਡੇ ਵੀ ਬਣਦੇ ਨੇ, ਦੇਸ਼ ਛੋਟੇ ਵੀ ਬਣਦੇ ਨੇ। 1971 ਦੇ ਵਿੱਚ ਬੰਗਲਾਦੇਸ਼ ਬਣਿਆ। 1970 ਤੱਕ ਬੰਗਲਾਦੇਸ਼ ਨਹੀਂ ਸੀਗਾ। ਸਮੇਂ ਨੇ ਆਪਣੀ ਕਰਵਟ ਵਿੱਚ ਬਹੁਤ ਕੁਝ ਲੈ ਲੈਣਾ ਹੈ।
ਉੱਥੇ ਜਿਸ ਵੇਲੇ ਅਕਾਲ ਪੁਰਖ ਦਾ ਹੁਕਮ ਚੱਲਣਾ ਨਾ, ਉਸ ਵੇਲੇ ਕਿਸੇ ਹੋਰ ਦੀ ਨਹੀਂ ਚੱਲਣੀ, ਕਿਸੇ ਹੋਰ ਦੀ ਨਹੀਂ ਚੱਲਣੀ। ਆਪਾਂ ਖਾਲਿਸਤਾਨ ਦੀ ਮੰਗ ਵੀ ਜਾਇਜ਼ ਹੈ ਤੇ ਖਾਲਿਸਤਾਨ ਬਣਨਾ ਵੀ ਜਾਇਜ਼ ਹੈ। ਖਾਲਿਸਤਾਨ ਚੇਤੇ ਰੱਖਿਓ ਗੁਰੂ ਦੇ ਹੁਕਮ ਦੇ ਵਿੱਚ ਅਵਸ਼ ਬਣੇਗਾ। ਹੋਰ ਇੱਕ ਗੱਲ ਚੇਤੇ ਰੱਖਿਓ, ਇਹ ਉਹ ਨਹੀਂ ਹੋਏਗਾ ਕਿ ਜਿੱਦਾਂ ਪਾਕਿਸਤਾਨ ਤੇ ਇੰਡੀਆ ਬਣਿਆ ਤੇ ਕਤਲੋ ਗਾਰਤ ਹੋਈ, ਨਹੀਂ। ਉਸ ਵੇਲੇ ਇਹ ਜਿਹੜੀ ਕਤਲੋ ਗਾਰਤ ਹੋਈ ਸੀ ਨਾ, ਇਹ ਸਾਡੇ ਸਿਆਸਤਦਾਨਾਂ ਨੇ ਕਰਵਾਈ ਸੀਗੀ। ਪੰਜਾਬ ਸਭ ਤੋਂ ਜ਼ਿਆਦਾ ਸਫਰ ਕੀਤਾ ਸੀਗਾ। ਉਹਦੇ ਬਾਅਦ ਜਿਸ ਵੇਲੇ ਪੰਜਾਬੀ ਸੂਬਾ ਬਣਿਆ ਫਿਰ ਅਸੀਂ ਸਫਰ ਕੀਤਾ। ਫਿਰ ਜਿਸ ਵੇਲੇ 1984 ਆਇਆ ਤਾਂ ਅਸੀਂ ਸਫਰ ਕੀਤਾ। ਇਸ ਤੋਂ ਪਹਿਲਾਂ 78 ਵੀ ਸਫਰ ਕੀਤਾ ਜੀ। ਹਰ ਵੇਲੇ ਸਫਰ ਕੀਤਾ। ਅਸੀਂ ਵਿਸ਼ ਕਰਦੇ ਹਾਂ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਹੇ ਮਾਲਕ, ਕਿ ਪੰਜਾਬ ਦੇ ਵਿੱਚ ਹੁਣ ਕਿਸੇ ਪ੍ਰਕਾਰ ਦਾ ਖੂਨ ਨਾ ਬਹੇ। ਅੱਛਾ ਪ੍ਰੋਫੈਸਰ ਸਾਹਿਬ ਦੇਖੋ, ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਹੈ ਇੱਕ ਦਿਨ ਪਹਿਲੇ 6 ਤਰੀਕ ਨੂੰ ਘੱਲੂਘਾਰਾ ਦਿਵਸ ਹੈ, ਹਾਂ 5 ਜੂਨ ਨੂੰ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ। ਦੇਖੋ ਉਹਦੇ 'ਚ ਗਰਮ ਖਿਆਲੀ ਵੀ ਬਹੁਤ ਸਾਰੇ ਦਲ ਖਾਲਸਾ ਵੱਲੋਂ ਕੱਢਿਆ ਜਾ ਰਿਹਾ, ਕੁਝ ਕਾਫੀ ਜਥੇਬੰਦੀਆਂ ਨੇ ਉਹਦੇ ਵਿੱਚ, ਫੈਡਰੇਸ਼ਨ ਵੀ ਹੈ ਨਾਲ। ਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਇੱਕ ਕ੍ਰੀਏਟ ਹੁੰਦਾ ਸ਼ਹਿਰ ਦੇ ਵਿੱਚ, ਜਦੋਂ ਦੇ ਕਦੇ ਕਿਤੇ ਨਾ ਕਿਤੇ ਡਰ ਤੇ ਪ੍ਰੋਫੈਸਰ ਸਾਹਿਬ ਦੇਖੋ ਪੈਦਾ, ਜਨਤਾ 'ਚ ਵੀ ਡਰ ਵੀ ਪੈਦਾ ਹੁੰਦਾ ਹੈ, ਇੱਕ ਮੈਸੇਜ ਵੀ ਜਿਹੜਾ ਬਾਹਰ ਜਾਂਦਾ ਵੀ ਉੱਥੇ ਜਿਹੜਾ ਉਹ ਮਾਹੌਲ ਠੀਕ, ਖਾਲਿਸਤਾਨ ਦੀ ਮੰਗ ਜੇ ਕੋਈ ਵੀ ਸ਼ਾਂਤਮਈ ਤਰੀਕੇ ਨਾਲ ਜੇ ਕੁਝ ਵੀ ਕੀਤਾ ਜਾਏ, ਉਹਦੇ 'ਚ ਕੋਈ ਹਜੇ ਕਿ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਹੈ ਜਥੇਦਾਰ ਅਕਾਲ ਤਖਤ ਸ਼੍ਰੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਮੰਗ ਕੀਤੀ ਸੀ ਵੀ ਸਾਨੂੰ ਜੇ ਖਾਲਿਸਤਾਨ ਮਿਲੇਗਾ ਤਾਂ ਜ਼ਰੂਰ ਲਵਾਂਗੇ। ਪੀਸਫੁਲ ਤਰੀਕੇ ਨਾਲ ਐਜੀਟੇਸ਼ਨ ਜਿਹੜੀ ਵੀ ਚੱਲੇ, ਠੀਕ ਹੈ, ਅਧਿਕਾਰ ਹੈ। ਹੁਣ ਮਿਲਣਾ ਖਾਲਿਸਤਾਨ ਜਾਂ ਨਹੀਂ ਮਿਲਣਾ, ਆਜ਼ਾਦੀ ਮਾਰਚ ਆਜ਼ਾਦੀ ਸੀ ਕਿਹਦੇ ਤੋਂ ਚਾਹੁੰਦੇ ਆ? ਦੇਖੋ ਇੱਦਾਂ ਹੈ, ਮੈਨੂੰ ਦੱਸੋ, ਇੱਕ ਛੋਟੀ ਜਿਹੀ ਕੀੜੀ ਹੈ ਨਾ, ਕੀੜੀ, ਉਹ ਕਹਿੰਦੀ ਹੈ ਕਿ ਮੈਂ ਸੁਰੱਖਿਅਤ ਕਿੱਥੇ ਆ? ਆਪਣੇ ਖੁੱਡ ਦੇ ਵਿੱਚ। ਜੇਕਰ ਮੈਂ ਆਪਣੇ ਖੁੱਡ ਵਿੱਚ ਜਾ ਕੇ ਘਰ ਨਾ ਬਣਾਇਆ ਨਾ, ਤੇ ਮੈਂ ਕਿਸੇ ਦੇ ਵੀ ਪੈਰਾਂ ਥੱਲੇ ਆ ਕੇ ਰੋਣ ਦਿੱਤੀ ਜਾਵਾਂਗੀ। ਇੱਕ ਪੰਛੀ ਹੈ, ਉਹ ਕਹਿੰਦਾ ਕਿ ਮੈਂ ਅਗਰ ਪਿੰਜਰੇ 'ਚ ਬੰਦ ਰਿਹਾ ਤੇ ਮੇਰੀ ਆਵਾਜ਼ ਵੀ ਬੰਦ ਹੋ ਜਾਏਗੀ। ਮੈਨੂੰ ਇੱਕ ਖੁੱਲ੍ਹੀ ਹਵਾ ਚਾਹੀਦੀ ਹੈ ਜਿੱਥੇ ਮੈਂ ਆਜ਼ਾਦੀ ਨਾਲ ਜਾ ਕਰਕੇ ਅਸਮਾਨ ਦੇ ਵਿੱਚ ਉੱਡ ਸਕਾਂ। ਕਰੈਕਟ। ਦੁਨੀਆ ਦੀ ਕੋਈ ਵੀ ਕੌਮ ਗੁਲਾਮ ਰਹਿਣਾ ਪਸੰਦ ਨਹੀਂ ਕਰਦੀ। ਆਜ਼ਾਦੀ ਇਨਸਾਨ ਦਾ ਮੌਲਿਕ ਬੇਸਿਕ ਅਧਿਕਾਰ ਹੈ। ਇੱਥੇ ਤੱਕ ਕਿ ਅਗਰ ਜਿਸਲੇ ਬੱਚੇ ਵੱਡੇ ਹੋ ਜਾਂਦੇ ਨੇ, ਵਿਆਹ ਜਾਂਦੇ ਨੇ, ਉਹ ਕਹਿੰਦੇ ਪਾਪਾ ਸਾਨੂੰ ਨਾ ਤੁਸੀਂ ਅੱਡ ਕਰ ਦਿਓ, ਵੱਖਰੇ ਘਰ ਚਲੇ। ਅੱਛਾ ਮੈਂ ਆ ਰਿਹਾ ਜੀ। ਹੁਣ ਜਿਹੜੇ ਆਜ਼ਾਦੀ ਦੀ ਗੱਲ ਹੈ ਨਾ, ਇਹ ਆਜ਼ਾਦੀ ਦੀ ਗੱਲ ਮੰਗਣੀ, ਆਜ਼ਾਦੀ ਮੰਗਣੀ ਪੀਸਫੁਲ ਤਰੀਕੇ ਨਾਲ, ਕੋਈ ਖੌਫ ਪੈਦਾ ਨਹੀਂ ਹੋ ਰਿਹਾ। ਖੌਫ ਕਿਸ ਚੀਜ਼ ਨਾਲ ਪੈਦਾ ਹੋਇਆ? ਜਿਹੜੀ ਉਹ ਰਸ਼ੀਅਨ ਗਨ ਦੇ ਨਾਲ ਮੂਸੇਵਾਲਾ ਮਾਰਿਆ ਗਿਆ। ਸਵਾਲ ਪੈਦਾ ਉੱਠਦਾ ਹੈ ਕਿ ਇੰਡੀਅਨ ਬਾਰਡਰਸ ਉੱਤੇ ਕੌਣ ਬੈਠਾ ਹੈ? ਸੈਂਟਰਲ ਗਵਰਨਮੈਂਟ ਬੈਠੀ ਹੈ, ਸਟੇਟਾਂ ਤਾਂ ਨਹੀਂ ਬੈਠੀਆਂ, ਸੈਂਟਰਲ ਗਵਰਨਮੈਂਟ ਬੈਠੀ ਹੈ। ਪੈਸੋਂ ਉਹਦੇ ਸੱਚ ਹੈ ਜੀ, ਪੋਲੀਟੀਸ਼ੀਅਨ ਕਰਪਟ ਹੋ ਗਏ, ਸਭ ਕੁਝ, ਸਾਡਾ ਪੁਲਿਸ ਸਿਸਟਮ ਕਰਪਟ ਹੋ ਗਿਆ, ਸਾਡਾ ਪ੍ਰਸ਼ਾਸਨਿਕ ਸਿਸਟਮ ਕਰਪਟ ਹੋ ਗਿਆ, ਕਹਿ ਰਹੇ ਹਾਂ ਸੇਫਟੀ ਤਾਂ ਰਹੀ ਨਹੀਂ ਕਿਤੇ। ਅਗਰ ਕੋਈ ਵਿਅਕਤੀ ਸ਼ਾਂਤਮਈ ਤਰੀਕੇ, ਹਾਂ, ਜੇ ਕਿਸੇ ਨੂੰ ਮਾਰ ਰਿਹਾ ਹੈ, ਜੇ ਕਿਸੇ ਨੂੰ ਡਰਾ ਰਿਹਾ ਹੈ, ਧਮਕਾ ਰਿਹਾ ਹੈ, ਤੇ ਲੋਕਾਂ ਨੂੰ ਇੰਨਾ ਖੌਫ ਪੈਦਾ ਹੋ ਗਿਆ ਵੀ ਘਰੋਂ ਬਾਹਰ ਨਹੀਂ ਨਿਕਲ ਸਕਦੇ। ਆਪਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਜੀ। ਹੁਣ ਕੱਲ ਇਹ ਆਜ਼ਾਦੀ ਮਾਰਚ ਨਿਕਲਣਾ ਹੈ ਜੀ, ਜਾਂ ਪਰਸੋਂ ਨਿਕਲਣਾ ਹੈ 5 ਤਰੀਕ ਨੂੰ। ਹਾਂ 5 ਤਰੀਕ ਨੂੰ। ਸਵਾਲ ਤਾਂ ਪੈਦਾ ਉੱਠਦਾ ਹੈ ਕਿ ਉਹਦੇ ਨਾਲ ਇੱਕ ਖੌਫ ਐਸਾ ਪੈਦਾ ਹੋਏਗਾ, ਲੋਕੀ ਘਰਾਂ ਤੋਂ ਬਾਹਰ ਨਹੀਂ ਨਿਕਲਣਗੇ, ਕਿ ਉਹ ਗੰਨਾ ਲੈ ਕੇ ਤੁਰ ਰਹੇ ਹੋਣਗੇ। ਉਹਨਾਂ ਨੇ ਤਾਂ ਇੱਕ ਨਾਰਾ ਲਾਣਾ ਹੈ, ਹਮ ਕਿਆ ਚਾਹਤੇ ਹੈ ਆਜ਼ਾਦੀ, ਹਮ ਕਿਆ ਚਾਹਤੇ ਹੈ ਆਜ਼ਾਦੀ। ਕਿਸੇ ਨੂੰ ਵੀ ਉਹਨਾਂ ਨੇ ਤੰਗ ਨਹੀਂ ਕਰਨਾ। ਜੇ ਉਹ ਤੰਗ ਕਰਦੇ ਨੇ, ਮੈਂ ਸਮਝਦਾ ਕਿ ਇਹ ਗੱਲ ਗਲਤ ਹੋਏਗੀ। ਲੇਕਿਨ ਜੋ ਪਾਸਟ ਰਿਕਾਰਡ ਹੈ ਉਹਨਾਂ ਲੋਕਾਂ ਦਾ, ਉਹਨਾਂ ਨੇ ਕਦੀ ਵੀ ਕਿਸੇ ਵੀ ਤਰੀਕੇ ਨਾਲ ਇੱਕ ਖੌਫ ਨਹੀਂ ਪੈਦਾ ਕੀਤਾ। ਰਾਦਰ ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਵਾਲੇ ਨੇ। ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਨੇ, ਮੈਂ ਆਜ਼ਾਦੀ ਦੀ ਗੱਲ ਕਰਾਂਗਾ, ਮੈਂ ਕਦੀ ਵੀ ਨਹੀਂ ਕਹਾਂਗਾ ਕਿ ਫਲਾਣੇ ਬੰਦੇ ਨੂੰ ਡਰਾ ਦਿਓ ਨਾ, ਇਹ ਸਾਡਾ ਸਿਧਾਂਤ ਨਹੀਂ ਹੈ। ਵੈਸੇ ਮੇਰਾ ਫਿਰ ਉਹ ਦੁਬਾਰਾ ਸਵਾਲ ਮੈਂ ਪੁੱਛੂੰਗਾ ਵੀ ਪੰਜਾਬ ਖਾਲਿਸਤਾਨ, ਪੰਜਾਬ ਇੰਨਾ ਕੁ ਹੈਗਾ, ਕੀ ਕਰਾਂਗੇ ਅਸੀਂ? ਨਹੀਂ, ਜਿਸ ਵੇਲੇ ਬਣੇਗਾ ਨਾ ਜੀ ਜੀ, ਤਾਂ ਫਿਰ ਇੰਨਾ ਨਹੀਂ ਰਹੇਗਾ, ਇਹ ਵੱਡਾ ਹੋਏਗਾ। ਕਿੱਥੇ ਤੱਕ ਜਾਏਗਾ? ਕਿੱਥੇ ਤੱਕ ਜਾਏਗਾ? ਇਹ ਅਕਾਲ ਪੁਰਖ ਦੇ ਹੁਕਮ ਤੇ। ਤੇ ਪਰ ਅੱਜ ਦੇਖੋ ਜਥੇਬੰਦੀਆਂ ਖਾਲਿਸਤਾਨ ਦੀ ਮੰਗ ਕਰ ਰਹੀਆਂ, ਕੱਲ ਨੂੰ ਮੁਸਲਮਾਨ ਉੱਠ ਜਾਣ। ਪੰਜਾਬ 'ਚ ਬਹੁਤ ਸਾਰੇ, ਪੰਜਾਬ 'ਚ ਕਹਿ ਰਿਹਾ, ਇੰਡੀਆ 'ਚ ਬਹੁਤ ਸਾਰੇ ਲੋਕ ਜਿਹੜੇ ਮੁਸਲਮਾਨ ਵੀ ਨੇ, ਕ੍ਰਿਸਚਨ, ਉਹ ਅਲੱਗ ਕੰਟਰੀ ਦੀ ਮੰਗ ਕਰਨਗੇ। ਫਿਰ ਭਾਰਤ ਕਿੱਥੇ ਰਹਿ ਗਿਆ? ਇੱਦਾਂ ਹੈ ਕਿ ਭਾਰਤ ਦੀ ਆਪਣੀ ਇੱਕ ਸੋਵਰਨਟੀ ਹੈ। ਹੋਰ ਆਪਾਂ ਗੱਲ ਕੀਤੀ ਸੀਗੀ ਕਿ 38 ਸਾਲ ਹੋ ਗਏ ਜੀ, 38 ਸਾਲ ਹੋ ਗਏ। ਹੋਰ 38 ਸਾਲਾਂ ਦੇ ਵਿੱਚ ਅਗਰ ਸਰਕਾਰਾਂ
ਮਾਈਨੋਰਿਟੀਜ਼ ਨੂੰ ਜਿਨ੍ਹਾਂ ਨਾਲ ਧੱਕਾ ਕੀਤਾ ਹੈ, ਤੁਸੀਂ ਇਨਸਾਫ ਦੇ ਦਿਓ, ਆਪਣੇ ਆਪ ਡਿਮਾਂਡ ਜਿਹੜੀਆਂ ਡਾਇਲੂਟ ਹੋ ਜਾਂਦੀਆਂ ਨੇ, ਆਪਣੇ ਆਪ ਹੀ ਡਾਇਲੂਟ ਹੋ ਜਾਂਦੀਆਂ ਮਤਲਬ ਸਰਕਾਰਾਂ ਦਾ ਸੌਫਟ ਕਾਰਨਰ ਨਹੀਂ ਰਿਹਾ Yes. ਸਿੱਖ ਜਥੇਬੰਦੀਆਂ ਦੇ ਪ੍ਰਤੀ। ਨਹੀਂ ਰਿਹਾ। ਇੱਕ ਛੋਟੀ ਜਿਹੀ ਮਿਸਾਲ ਹੈ, ਆਪਾਂ ਉਹਨੇ ਗੱਲ ਕੀਤੀ ਹੈ ਕਿ ਭਈ 32 ਸਾਲ ਤੋਂ ਇੱਕ ਬੰਦਾ ਉਮਰ ਕੈਦ ਵਾਲਾ ਜੇਲ੍ਹ 'ਚ ਹੈਗਾ, ਸਜ਼ਾ ਭੁਗਤ ਚੁੱਕਿਆ, ਜਿੰਨੀ ਸਜ਼ਾ ਬਣਦੀ ਉਸ ਤੋਂ ਡਬਲ ਤੋਂ ਜ਼ਿਆਦਾ ਕਰ ਚੁੱਕਿਆ। ਵੇਅਰ ਇਜ਼ ਅ ਸੌਫਟ ਕਾਰਨਰ? ਜਦ ਤੁਸੀਂ ਇੱਕ ਇਨਸਾਫ ਨਹੀਂ ਦਿਓਗੇ, ਸਰਕਾਰਾਂ ਇਨਸਾਫ ਨਹੀਂ ਦੇਣਗੀਆਂ, ਠੀਕ ਹੈ। ਇੱਕ ਸਿਗਨੇਚਰ ਦੀ ਲੋੜ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾਈ ਲਈ, ਇੱਕ ਸਿਗਨੇਚਰ। ਕੌਨਸਟੀਟਿਊਸ਼ਨਲ, ਟੈਕਨੀਕਲੀ, ਲੀਗਲੀ, ਜੁਡੀਸ਼ੀਅਲੀ ਕੋਈ ਰੁਕਾਵਟ ਨਹੀਂ ਹੈ। ਚਲੋ ਨਹੀਂ ਕਰਨਾ। ਮੈਂ ਸਿਰਫ ਇੰਨੀ ਗੱਲ ਬੇਨਤੀ ਕਰਨਾ, ਅਗਰ ਖਾਲਿਸਤਾਨ ਬਣਦਾ ਹੈ, ਜਦ ਕਦੀ ਬਣੇਗਾ, ਇੱਕ ਗੱਲ ਚੇਤੇ ਰੱਖਿਓ, ਸਾਰੀਆਂ ਕਮਿਊਨਿਟੀਜ਼, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਕੋਈ ਮੰਦਰ ਢੱਠਿਆ ਸੀਗਾ? ਕੋਈ ਇਤਿਹਾਸ ਤੋਂ ਬੰਦਾ ਦੱਸੇ ਕੋਈ ਮਸਜਿਦ ਢੱਠੀ ਸੀਗੀ? ਰਾਦਰ ਬਣਾਏ ਉਹਨੇ ਬਣਾਏ, ਸਾਰਿਆਂ ਨੂੰ ਇਨਸਾਫ ਦਿੱਤਾ। ਕਿਉਂ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਗੁਰਬਾਣੀ ਦਾ ਕੁੰਡਾ ਸੀਗਾ, ਉਹ ਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲਦਾ ਸੀਗਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਆਜ਼ਾਦੀ ਦੇ ਕਨਸੈਪਟ ਨੂੰ ਖੌਫ ਦੇ ਰੂਪ ਵਿੱਚ ਨਾ ਲਿੱਤਾ ਜਾਵੇ, ਬਿਲਕੁਲ ਨਹੀਂ। ਸਿੱਖ ਜਿਹੜਾ ਹੈ ਉਹ ਹਿੰਦੂਆਂ ਨਾਲ ਵੀ ਬਣਾ ਕੇ ਰੱਖਣਾ ਚਾਹੁੰਦਾ ਹੈ, ਮੁਸਲਮਾਨ ਨਾਲ ਵੀ ਬਣਾ ਕੇ ਰੱਖਣਾ ਚਾਹੁੰਦਾ ਹੈ, ਉਹ ਈਸਾਈ ਨਾਲ ਵੀ ਬਣਾ ਕੇ ਰੱਖਣਾ ਚਾਹੁੰਦਾ ਹੈ। ਹੋਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਪਣੇ ਆਪਣੇ ਧਰਮ ਨੂੰ ਆਜ਼ਾਦੀ ਦੇ ਨਾਲ, ਠੀਕ ਹੈ। ਮਤਲਬ ਕੁੱਲ ਮਿਲਾ ਕੇ ਤੁਸੀਂ ਕਹਿਣਾ ਚਾਹੁੰਦੇ ਵੀ ਖਾਲਿਸਤਾਨ ਬਣ ਜਾਏਗਾ ਤੇ ਸਾਰੇ ਧਰਮਾਂ ਨੂੰ ਉੱਥੇ ਰਹਿਣ ਦੀ ਆਜ਼ਾਦੀ ਹੋਏਗੀ? ਬਿਲਕੁਲ ਆਜ਼ਾਦੀ ਹੋਏਗੀ। ਪਰ ਸਭ ਇੱਕ ਸਵਾਲ ਹੈ, ਦੇਖੋ ਜੀ, 6 ਜੂਨ ਘੱਲੂਘਾਰਾ ਜਿੱਦਣ ਹੁੰਦਾ ਹੈ, ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਦੇ ਆ। ਕਈ ਵਾਰੀ ਨੰਗੀਆਂ ਤਲਵਾਰਾਂ ਵੀ ਉੱਥੇ ਜਿਹੜੀਆਂ ਲਹਿਰਾਈਆਂ ਜਾਂਦੀਆਂ। ਇੱਕ ਦੋ ਵਾਰੀ ਘਟਨਾ ਐਸੀਆਂ ਹੋਈਆਂ ਵੀ ਝਗੜਾ ਵੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਮਰਿਆਦਾ ਹੈ ਇਹਦੇ ਨਾਲ ਭੰਗ ਹੁੰਦੀ? ਦੇਖੋ, ਕਿਉਂਕਿ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ, ਜੋ ਕਿ ਸਰਬੱਤ ਖਾਲਸਾ ਵੱਲੋਂ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ ਨੇ, ਅਸੀਂ ਉਸ ਸੋਚ ਨੂੰ ਲੈ ਕੇ ਚੱਲਦੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹ ਵੇਖੀਏ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਸੇ ਪ੍ਰਕਾਰ ਦੀ ਕੋਈ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਸਾਡੇ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ, ਟਾਸਕ ਫੋਰਸ ਵੱਲੋਂ ਜਾਂ ਪ੍ਰਸ਼ਾਸਨ ਦੇ ਚਿੱਟੇ ਕੱਪੜਿਆਂ ਵਿੱਚ ਪੁਲਿਸ ਵੱਲੋਂ ਕੋਈ ਮਰਿਆਦਾ ਭੰਗ ਤਾਂ ਨਹੀਂ ਹੋ ਰਹੀ। ਇਸ ਦੇ ਚੱਲਦਿਆਂ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਜਵਾਬ ਦੇ ਰਹੇ ਹਾਂ ਕਿ ਉੱਥੇ ਨੰਗੀਆਂ ਕਿਰਪਾਨਾਂ ਲੈ ਕਰਕੇ ਬਾਹਰ ਕੱਢਣੀਆਂ, ਦਿਖਾਣੀਆਂ, ਮੈਂ ਸਮਝਦਾ ਕਿ ਇਹ ਦੇ ਨਾਲ ਇੱਕ ਐਸਾ ਪ੍ਰਭਾਵ ਜਾਂਦਾ ਹੈ, ਮੈਸੇਜ ਜਾਂਦਾ, ਮੈਸੇਜ ਜਿਹੜਾ ਜਾਂਦਾ ਹੈ ਉਹ ਮਰਿਆਦਾ ਦੀ ਵਾਇਓਲੇਸ਼ਨ ਦਾ ਜਾਂਦਾ ਹੈ। ਉੱਥੇ ਲੋੜ ਹੀ ਕੋਈ ਨਹੀਂ ਹੈਗੀ ਕਿਰਪਾਨਾਂ ਨੰਗੀਆਂ ਕਰਕੇ ਦਿਖਾਉਣ ਦੀ। ਉੱਥੇ ਸਾਡੇ 'ਤੇ ਕੋਈ ਹਮਲਾਵਰ ਬਣ ਕੇ ਥੋੜ੍ਹਾ ਆਇਆ ਜੋ ਕਿਰਪਾਨ ਕੱਢਣ ਦੀ ਲੋੜ ਹੈਗੀ ਹੈ। ਕਿਰਪਾਨ ਨੂੰ ਕੱਢਣ ਦੀ ਲੋੜ ਤਾਂ ਹੈ ਜੇ ਸਾਡੇ 'ਤੇ ਕੋਈ ਹਮਲਾ ਕਰਨ ਲਈ ਆ ਗਿਆ ਹੋਵੇ। ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੇਖੋ ਨਾ ਜੀ, ਸਿੱਖਾਂ ਦਾ ਮੱਕਾ ਹੈ, ਪੂਰੇ ਵਿਸ਼ਵ ਵਿਖਿਆਤ ਜਗ੍ਹਾ ਹੈ, ਸ਼ਾਂਤੀ ਦਾ ਪ੍ਰਤੀਕ ਹੈ। ਅਸੀਂ ਤਾਂ ਖੁਦ ਉਹਦੀ ਮਰਿਆਦਾ ਨੂੰ ਮੇਨਟੇਨ ਕਰਨ ਲਈ ਅਸੀਂ ਪਹਿਰੇਦਾਰ ਹਾਂ, ਨਾ ਕਿ ਮਰਿਆਦਾ ਨੂੰ ਭੰਗ ਕਰਨ ਵਾਸਤੇ। ਸੋ ਇਸ ਕਰਕੇ ਜਿਹੜਾ ਸਾਡਾ ਇੱਥੇ ਅਸੀਂ 6 ਤਰੀਕ ਨੂੰ ਜਾਂਦੇ ਹਾਂ, ਪੰਥਕ ਜਥੇਬੰਦੀਆਂ ਜਾਂਦੀਆਂ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ। ਮੇਰਾ ਆਪਣਾ ਸੋਚਣਾ ਹੈ ਕਿ ਉੱਥੇ ਸਾਨੂੰ ਇੱਕ ਦ੍ਰਿੜਤਾ, ਇੱਕ ਸੰਕਲਪ ਦਾ ਮੈਸੇਜ ਲੈ ਕੇ ਆਉਣਾ ਚਾਹੀਦਾ ਹੈ, ਨਾ ਕਿ ਉੱਥੇ ਕੋਈ ਖੌਫ ਦਾ ਜਾਂ ਕੋਈ ਨੰਗੀਆਂ ਕਿਰਪਾਨਾਂ ਦਿਖਾਉਣ ਦਾ ਮੈਸੇਜ ਜਿਹੜਾ ਹੈ ਉਹ ਸਾਨੂੰ ਨਹੀਂ ਲੈਣਾ ਚਾਹੀਦਾ। ਸੋ ਮੇਰਾ ਆਪਣਾ ਸੋਚਣਾ ਹੈ ਕਿ ਅਸੀਂ ਖੁਦ ਪਹਿਰੇਦਾਰ ਹਾਂ ਮਰਿਆਦਾ ਦੇ, ਤੇ ਸਾਨੂੰ ਮਰਿਆਦਾ ਤੇ ਪਹਿਰੇਦਾਰੀ ਦੇਣੀ ਚਾਹੀਦੀ ਹੈ। ਧੰਨਾ ਸਾਡੇ ਗੱਲ ਕਰਨੀ ਇਸ ਹਨ ਪ੍ਰੋਫੈਸਰ ਬਲਜਿੰਦਰ ਸਿੰਘ, ਲੰਬੇ ਸਮੇਂ ਤੱਕ ਖਾਲਸਾ ਕਾਲਜ 'ਚ ਪ੍ਰੋਫੈਸਰ ਰਹੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸਪੋਕਸ ਪਰਸਨ ਵੀ ਨੇ, ਲੰਬੇ ਸਮੇਂ ਤੋਂ ਉਹਨਾਂ ਨਾਲ ਜੁੜੇ ਹੋਏ ਨੇ। ਇਹਨਾਂ ਦਾ ਕਹਿਣਾ ਵੀ ਜੇ ਖਾਲਿਸਤਾਨ ਬਣੇਗਾ ਤੇ ਕਿਸੇ ਵੀ ਕਮਿਊਨਿਟੀ ਨੂੰ ਇੱਥੋਂ ਕੱਢਿਆ ਨਹੀਂ ਜਾਏਗਾ, ਸਾਰੇ ਧਰਮਾਂ ਦੇ ਲੋਕ ਇੱਥੇ ਮਿਲ ਜੁਲ ਕੇ ਰਹਿਣਗੇ। ਇਹਨਾਂ ਦਾ ਵੀ ਕਹਿਣਾ ਵੀ ਖਾਲਿਸਤਾਨ ਦੀ ਮੰਗ ਕਰਨਾ ਕੋਈ ਗਲਤ ਨਹੀਂ ਹੈ, ਹਰ ਇੱਕ ਦਾ ਅਧਿਕਾਰ ਹੈ ਆਜ਼ਾਦੀ ਮੰਗਣਾ, ਤੇ ਅਸੀਂ ਆਪਣੀ ਆਜ਼ਾਦੀ ਮੰਗ ਰਹੇ ਹਾਂ। ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਵੀ ਜਿਹੜੇ ਲੋਕ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਖਾਲਿਸਤਾਨ ਦੇ ਨਾਅਰੇ ਲਾਉਂਦੇ ਨੇ ਜਾਂ ਉੱਥੇ ਨੰਗੀਆਂ ਕਿਰਪਾਨਾਂ ਕੱਢਦੇ ਨੇ, ਉਹ ਇੰਝ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਇੱਕ ਮਰਿਆਦਾ ਹੈ। ਪੂਰੇ ਦੇਸ਼ 'ਚ ਨਹੀਂ, ਪੂਰੇ ਮੁਲਕ, ਵਿਸ਼ਵ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ। ਬਹੁਤ ਦੂਰੋਂ ਇੱਥੇ ਲੋਕ ਮੱਥਾ ਟੇਕਣ ਲਈ ਆਉਂਦੇ ਨੇ, ਅਰਦਾਸਾਂ ਕਰਨ ਲਈ ਆਉਂਦੇ ਨੇ। ਹੁਣ 6 ਜੂਨ ਨੂੰ
ਸਰਕਾਰਾਂ ਨੇ ਵੀ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ, ਪਰ ਕਿਤੇ ਨਾ ਕਿਤੇ ਲੋਕਾਂ 'ਚ ਡਰ ਹੈ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।